ਸੋ ਇਨ ਦਿਸ ਵੀਡੀਓ ਅਸੀਂ ਰੀਡਿੰਗ ਟਾਸਕ ਕਰਾਂਗੇ ਜਿਹਦੇ ਵਿੱਚ ਇੱਕ ਡਾਇਗਰਾਮ ਆ ਲੇਬਲ ਕਰਨੀ ਹੈ ਅਕੈਡਮਿਕ ਸਟੂਡੈਂਟਸ ਦੇ ਲਈ ਕਾਫੀ ਇੰਪੋਰਟੈਂਟ ਹੈ ਇਹ ਵੀਡੀਓ। ਸੋ ਦੇਖਦੇ ਹਾਂ ਇਹਦੇ ਵਿੱਚ ਕੀ ਚੀਜ਼ ਆ। ਹਾਊ ਏ ਬੋਟ ਇਜ਼ ਲਿਫਟਡ ਔਨ ਦਾ ਫਲਕੀਰਕ ਵੀਲ। ਫਲਕੀਰਕ ਜਿਹੜੀ ਆ ਸਕਾਟਲੈਂਡ ਦੇ ਵਿੱਚ ਇੱਕ ਜਗ੍ਹਾ ਆ, ਉਹਦੇ ਨਾਂ ਤੋਂ ਹੀ ਇਸ ਵੀਲ ਦਾ ਨਾਂ ਰੱਖਿਆ ਗਿਆ ਆ। ਜਿਵੇਂ ਲੰਡਨ ਆਈ ਹੈ ਨਾ, ਵੀਲ ਆ ਬਹੁਤ ਵੱਡਾ, ਠੀਕ ਹੈ, ਉਸ ਤਰੀਕੇ ਦੇ ਨਾਲ ਇੱਕ ਫਲਕੀਰਕ ਵੀਲ ਆ, ਬਟ ਇਹ ਬੋਟਸ ਨੂੰ ਰੇਜ਼ ਕਰਦਾ ਆ, ਠੀਕ ਹੈ, ਨੀਚੇ ਤੋਂ ਉੱਪਰ ਵੱਲ ਲੈ ਕੇ ਜਾਂਦਾ ਆ, ਵੀਲਸ ਨੂੰ ਇਸ ਤਰੀਕੇ ਨਾਲ ਲਿਫਟ ਕਰਦਾ ਆ। ਸੋ ਇਹ ਦੇਖਦੇ ਆ ਇਹਦੀ ਕੰਸਟਰਕਸ਼ਨ ਕਿੱਦਾਂ ਦੀ ਹੈ। ਇਹਨੂੰ ਅਸੀਂ ਕੀ ਕਰਨਾ ਆ, ਸਾਡੇ ਕੋਲ ਇੱਕ ਇਨਫੋਰਮੇਸ਼ਨ ਦਿੱਤੀ ਹੋਈ ਆ, ਦਾ ਫਲਕੀਰਕ ਵੀਲ ਯੂਨੀਕ ਇੰਜੀਨੀਅਰਿੰਗ ਅਚੀਵਮੈਂਟ, ਇੱਕ ਕਿਸਮ ਦਾ ਇੰਜੀਨੀਅਰਿੰਗ ਦਾ ਅਜੂਬਾ, ਇੰਜੀਨੀਅਰਿੰਗ ਅਚੀਵਮੈਂਟ ਆ। ਇਹਨੂੰ ਸਾਰੇ ਨੂੰ ਪੜ੍ਹ ਕੇ ਨਾ ਇਹਦੀ ਸਾਰੀ ਦੀ ਜਿਹੜੀ ਡਿਸਕ੍ਰਿਪਸ਼ਨ ਆ ਉਹ ਫੋਲੋ ਕਰਕੇ ਅਸੀਂ ਇਹਦੇ ਆਨਸਰ ਦੇਣੇ ਜੋ ਫਿਲ ਇਨ ਦੀ ਬਲੈਂਕਸ ਆ, ਠੀਕ ਹੈ। ਇਸ ਤਰੀਕੇ ਦੇ ਕੁਐਸਚਨ ਜਿਹੜੇ ਆ ਉਹ ਕਾਫੀ ਈਜ਼ੀ ਹੁੰਦੇ ਆ ਅਤੇ ਕਾਫੀ ਜ਼ਿਆਦਾ ਆਉਂਦੇ ਵੀ ਆ ਆਪਣੇ ਐਗਜ਼ਾਮ ਆਇਲਸ ਦੇ ਐਗਜ਼ਾਮਸ ਦੇ ਵਿੱਚ, ਠੀਕ ਹੈ। ਸੋ ਇਹ ਦੇਖਦੇ ਹੁਣ ਪਹਿਲਾਂ ਇੱਕ ਡਾਇਗਰਾਮ ਦੇਖ ਲੈਂਦੇ ਕੀ ਚੀਜ਼ ਆਪਾਂ ਦਿੱਤੀ ਹੋਈ ਆ। ਸੋ ਸਭ ਤੋਂ ਪਹਿਲਾਂ ਇਹੀ ਆ, ਤੁਸੀਂ ਸਭ ਤੋਂ ਪਹਿਲਾਂ ਜਿਹੜੇ ਕੁਐਸਚਨ ਪੜ੍ਹਨੇ ਆ, ਕੁਐਸਚਨ ਪੜ੍ਹ ਕੇ ਤੁਹਾਨੂੰ ਅੰਦਾਜ਼ਾ ਹੋ ਜਾਣਾ ਕਿ ਕਿੱਥੋਂ ਕੀ ਪੁੱਛਿਆ ਗਿਆ। ਤਾਂ ਫਿਰ ਤੁਸੀਂ ਕੀ ਕਰ ਸਕਦੇ ਆ, ਜਿਹੜੇ ਆ ਉਹ ਵਰਡ ਦਾ ਐਨਾਲਿਸਿਸ ਕਰ ਸਕਦੇ ਆ। ਜਿਹੜੇ ਇੰਪੋਰਟੈਂਟ ਵਰਡਸ ਹੁੰਦੇ ਆ ਨਾ, ਜਿਨ੍ਹਾਂ ਤੋਂ ਤੁਸੀਂ ਅੰਡਰਲਾਈਨ ਕਰਕੇ ਤੁਸੀਂ ਉਹਨਾਂ ਦਾ ਐਨਾਲਿਸਿਸ ਕਰ ਸਕਦੇ ਆ ਕਿ ਕਿੱਥੇ ਗਿਆ, ਤਾਂ ਤੁਹਾਨੂੰ ਬਹੁਤ ਸ਼ਾਰਟਕੱਟ ਹੋ ਜਾਂਦੀ ਹੈ ਇਹ ਵਾਲੀ, ਠੀਕ ਹੈ। ਸੋ ਇਹਦੇ ਵਿੱਚ ਦੇਖਦੇ ਆ, ਏ ਪੇਅਰ ਆਫ ਡੈਸ਼ ਆਰ ਲਿਫਟਡ ਇਨ ਆਰਡਰ ਟੂ ਸ਼ਟ ਆਊਟ ਵਾਟਰ ਫਰੋਮ ਕੈਨਾਲ ਬੇਸਨ। ਹੁਣ ਇੱਕ ਕੈਨਾਲ ਆ, ਨੀਚੇ ਵਾਲਾ ਬੈੱਡ ਜਿਹੜਾ ਇਹ ਸਾਰੇ ਦਾ ਸਾਰਾ ਕੈਨਾਲ ਹੈ, ਇੱਕ ਕਿਸਮ ਦੀ ਕੈਨਾਲ, ਯਾਨੀ ਕਿ ਜਿਹੜੀ ਕੋਈ ਲੇਕ ਝੀਲ ਆ, ਠੀਕ ਹੈ, ਇਸ ਨਦੀ ਜਿਹੀ ਜਾਂ ਕੋਈ ਵਗਦੀ ਕੈਨਾਲ ਆ, ਅਤੇ ਇਹਦੇ ਵਿੱਚ ਇਹ ਵੀਲ ਸਿਚੁਏਟਡ ਆ। ਹੁਣ ਤੁਸੀਂ ਇੱਕ ਹੋਰ ਚੀਜ਼ ਕੀ ਕਰਨੀ, ਜਦੋਂ ਵੀ ਕੋਈ ਤੁਹਾਨੂੰ ਡਾਇਗਰਾਮ ਦਿੱਤੀ ਹੋਈ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਆ ਉਹਦਾ ਟੌਪ, ਠੀਕ ਹੈ, ਇਹ ਹੋ ਗਿਆ ਆਪਣੇ ਕੋਲ ਟੌਪ ਹੋ ਗਿਆ, ਅਤੇ ਨੀਚੇ ਵਾਲਾ ਹੋ ਗਿਆ ਬੋਟਮ, ਠੀਕ ਹੈ। ਬੋਟਮ ਹੋ ਗਿਆ, ਅੱਗੇ ਇੱਕ ਕਿਸੇ ਡਾਇਗਰਾਮ ਵਿੱਚ ਤੁਹਾਨੂੰ ਲੈਫਟ ਜਾਂ ਰਾਈਟ, ਇੱਧਰਲੇ ਪਾਸੇ ਲੈਫਟ ਹੋ ਗਿਆ, ਇੱਧਰਲੇ ਪਾਸੇ ਰਾਈਟ ਹੋ ਗਿਆ। ਇਸ ਤਰੀਕੇ ਨਾਲ ਲੈਫਟ ਜਾਂ ਰਾਈਟ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਅਕੋਰਡਿੰਗ ਟੂ ਦਾ ਇਨਫੋਰਮੇਸ਼ਨ। ਜਾਂ ਤੁਸੀਂ ਹੋਰ ਕੀ ਕਰ ਸਕਦੇ ਆ, ਡਾਇਰੈਕਸ਼ਨ ਜਿਹੜੀ ਆ ਉਹ ਮਾਰਕ ਕਰ ਸਕਦੇ ਆ। ਜੇ ਤੁਹਾਨੂੰ ਕੋਈ ਮੈਪ ਦਿੱਤਾ ਹੈ ਨਾ, ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, ਉਹਦੇ ਵਿੱਚ ਡਾਇਰੈਕਸ਼ਨ ਹੀ ਮਾਪ ਜਿਹੜੀ ਆ ਉਹਦੀ ਡਾਇਰੈਕਸ਼ਨ ਇੰਸ਼ੋਰ ਕਰਨੀ ਹੈ, ਕਿਹੜੇ ਪਾਸੇ ਨੂੰ, ਕਿਸ ਡਾਇਰੈਕਸ਼ਨ ਦੇ ਵਿੱਚ ਡਾਇਗਰਾਮ ਜਿਹੜੀ ਸਿਚੁਏਟਡ ਆ, ਮੈਪ ਕਿੱਧਰਲੇ ਪਾਸੇ ਸਿਚੁਏਟਡ ਹੈ, ਠੀਕ ਹੈ। ਨੌਰਥ, ਸਾਊਥ, ਈਸਟ ਅਤੇ ਵੈਸਟ, ਇਸ ਤਰੀਕੇ ਨਾਲ ਤੁਸੀਂ ਆਪਣੀ ਬਣਾ ਸਕਦੇ ਆ ਜੋ ਵੀ ਡਾਇਰੈਕਸ਼ਨ ਆ। ਸੋ ਇਹਦੇ ਵਿੱਚ ਹੁਣ ਫਸਟ ਦੇਖ ਲਏ ਸੀ ਕਿ ਕੀ ਆ, ਏ ਪੇਅਰ ਆਫ ਡੈਸ਼ ਆਰ ਲਿਫਟਡ ਇਨ ਆਰਡਰ ਟੂ ਸ਼ਟ ਆਊਟ ਵਾਟਰ ਫਰੋਮ ਕੈਨਾਲ ਬੇਸਨ, ਠੀਕ ਹੈ। ਨੈਕਸਟ ਕੀ ਆ, ਏ ਡੈਸ਼ ਇਜ਼ ਟੇਕਨ ਆਊਟ ਇਨੇਬਲਿੰਗ ਵਾਟਰ ਟੂ ਰੋਟੇਟ, ਇਨੇਬਲਿੰਗ ਵੀਲ ਟੂ ਰੋਟੇਟ। ਵੀਲ ਜਿਹੜਾ ਇਹ ਹੁਣ ਇੱਕ ਕਿਸਮ ਦਾ ਇੱਕ ਵੀਲ ਆ, ਇਹ ਰੋਟੇਟ ਕਰਦਾ, ਇਹਨੂੰ ਇਨੇਬਲ ਕਰਨ ਦੇ ਲਈ, ਯਾਨੀ ਕਿ ਵੀਲ ਨੂੰ ਚੱਲਦਾ ਰੱਖਣ ਦੇ ਲਈ ਕਿਸੇ ਚੀਜ਼ ਦੀ ਗੱਲ ਕੀਤੀ ਹੋਈ ਹੈ ਇਹਨਾਂ ਨੇ। ਸੋ ਨੈਕਸਟ ਕੀ ਆ, ਹਾਈਡ੍ਰੋਲਿਕ ਮੋਟਰਸ ਡਰਾਈਵ ਡੈਸ਼, ਠੀਕ ਹੈ। ਇਸ ਤਰੀਕੇ ਨਾਲ ਆ। ਹੁਣ ਬੋਟ ਇਜ਼ ਰੇਜ਼ਡ, ਹੁਣ ਇਹ ਦੇਖੋ ਜੇ ਤੁਹਾਨੂੰ ਅਗਲਾ ਕਲੀਅਰਲੀ ਦਿਖ ਰਿਹਾ ਤਾਂ ਇਹ ਬੋਟ ਹੈ ਇੱਕ, ਠੀਕ ਹੈ। ਇਸ ਤਰੀਕੇ ਨਾਲ ਬੋਟ ਹੈ ਇਹਨੂੰ ਇਹ ਵੀ ਕਰਦਾ ਕੀ, ਹੁਣ ਇੱਥੇ ਬੋਟ ਜਿਹੜੀ ਆ ਜਾਂਦੀ ਨੀਚੇ, ਇਹਨੂੰ ਕੀ ਕਰਦਾ, ਲਿਫਟ ਕਰਕੇ ਉੱਪਰਲੇ ਪਾਸੇ ਲੈ ਕੇ ਜਾਂਦਾ। ਇਸ ਤਰੀਕੇ ਨਾਲ ਬੋਟਸ ਦੀ ਇੱਕ ਲਿਫਟ ਆ ਇਹ, ਠੀਕ ਹੈ। ਸੋ ਨੈਕਸਟ ਕੀ ਹੈਗਾ ਆਪਣੇ ਕੋਲ, ਬੋਟ ਇਜ਼ ਰੇਜ਼ਡ ਫਲੋਟਿੰਗ ਇਨ ਵਨ ਆਫ ਵੀਲਸ ਟੂ ਗੋਂਡੋਲਸ। ਆਹ ਚੀਜ਼ ਹੁੰਦੀ ਆ ਗੋਂਡੋਲ, ਆ ਜਿਹੜੇ ਬੜੇ ਸਾਰੇ ਜਿਹੜੇ ਇਹ ਬਣੇ ਹੋਏ ਆ ਨਾ, ਵੱਡੇ ਵੱਡੇ, ਇਹ ਗੋਂਡੋਲਸ ਆ ਇਹ। ਸੋ ਨੈਕਸਟ ਹੈਗਾ, ਏ ਰੇਂਜ ਆਫ ਡਿਫਰੈਂਟ ਸਾਈਜ਼ਡ ਡੈਸ਼ ਇਨਸ਼ੋਰ ਬੋਟ ਕੀਪਸ ਅਪਰਾਈਟ। ਹੁਣ ਬੋਟ ਦੀ ਅਪਰਾਈਟ ਪੋਜੀਸ਼ਨ ਦੀ ਵੀ ਗੱਲ ਕੀਤੀ ਹੋਈ ਆ, ਠੀਕ ਹੈ। ਮਤਲਬ ਬੋਟ ਨੂੰ ਅਪਰਾਈਟ ਪੋਜੀਸ਼ਨ ਦੇ ਵਿੱਚ ਰੱਖਣਾ ਆ। ਬੋਟ ਜਿਹੜੀ ਆ ਉਹ ਅਪਸਾਈਡ ਡਾਊਨ ਨਹੀਂ ਹੋਣੀ ਚਾਹੀਦੀ ਕਦੀ ਵੀ। ਨੈਕਸਟ ਹੈਗਾ ਆ, ਬੋਟ ਰੀਚਜ਼ ਟੌਪ ਵੀਲ ਦੈਨ ਮੂਵ ਡਾਇਰੈਕਟਲੀ ਔਨ ਟੂ ਡੈਸ਼, ਠੀਕ ਹੈ। ਇਹ ਹੋ ਗਿਆ ਇੱਕ ਆਪਣੇ ਕੋਲ। ਸੋ ਨੈਕਸਟ ਹੈਗਾ, ਬੋਟ ਟਰੈਵਲਸ ਥਰੂ ਟਨਲ ਬੀਨੀਥ ਰੋਮਨ। ਬੀਨੀਥ ਜਾਣੀ ਕਿ ਕਿਸੇ ਦੀ ਚੀਜ਼ ਦੇ ਨੀਚੇ ਦੀ, ਠੀਕ ਹੈ, ਬੀਨੀਥ ਉਹਨੂੰ ਕਹਿੰਦੇ ਆ। ਰੋਮਨ ਕੋਈ ਕਿਸੇ ਗੱਲ ਕੋਈ ਹੋਊਗੀ, ਆਪਾਂ ਨੂੰ ਇਨਫੋਰਮੇਸ਼ਨ ਦੇ ਵਿੱਚ ਪਤਾ ਲੱਗ ਜਾਣਾ। ਡੈਸ਼ ਰੇਜ਼ ਬੋਟ 11 ਮੀਟਰ ਟੂ ਲੈਵਲ ਦਾ ਯੂਨੀਅਨ ਕੈਨਾਲ। ਹੁਣ ਇਹ ਹੋ ਗਈ ਆਪਣੇ ਕੋਲ ਕੋਈ ਚੀਜ਼ ਜਿਹੜੀ 11 ਮੀਟਰ ਰੇਜ਼ ਕਰਦੀ ਹੈ, ਠੀਕ ਹੈ, ਬੋਟ ਨੂੰ ਯੂਨੀਅਨ ਕੈਨਾਲ ਤੱਕ ਪਹੁੰਚਣ ਦੇ ਲਈ। ਸੋ ਇਹ ਦੇਖਦੇ, ਇਹ ਸਾਰੀ ਸਾਡੇ ਕੋਲ ਕੁਐਸਚਨੇਰਿੰਗ ਹੋ ਗਈ ਆ। ਸੋ ਸਭ ਤੋਂ ਪਹਿਲਾਂ ਇੱਕ ਹੋਰ ਚੀਜ਼ ਦੇਖਣੀ ਆ, ਚੂਜ਼ ਵਨ ਵਰਡ ਫਰੋਮ ਦਾ ਪੈਸੇਜ ਫॉर ਈਚ ਆਂਸਰ। ਸਿਰਫ ਇੱਕ ਵਰਡ ਹੀ ਆਪਾਂ ਭਰ ਸਕਦੇ ਹਾਂ ਇਹਦੇ ਵਿੱਚ। ਐਸ ਜਾਂ ਈਐਸ ਦਾ ਖਿਆਲ ਜ਼ਰੂਰ ਰੱਖਿਆ ਕਰੋ, ਠੀਕ ਹੈ। ਸਿਰਫ ਇੱਕੋ ਹੀ ਵਰਡ ਭਰਨਾ ਹੈ, ਦੋ ਵਰਡ ਨਹੀਂ ਆਪਾਂ ਭਰ ਸਕਦੇ ਹੈਗੇ। ਸੋ ਇਹਦਾ ਦੇਖਦੇ ਇਨਫੋਰਮੇਸ਼ਨ। ਸੋ ਮੈਂ ਤੁਹਾਨੂੰ ਪੜ੍ਹ ਗਿਆ ਕਿ ਜਨਰਲ ਇਨਫੋਰਮੇਸ਼ਨ ਦੱਸ ਦਿੰਦਾ ਹੈ। ਸਭ ਤੋਂ ਪਹਿਲਾਂ ਤੁਸੀਂ ਕੀ ਕਰੋ, ਇਹਦਾ ਸਕਰੀਨਸ਼ਾਟ ਲੈ ਲਓ, ਠੀਕ ਹੈ ਜੀ। ਇਹਦਾ ਸਕਰੀਨਸ਼ਾਟ ਲੈ ਕੇ ਪਹਿਲਾਂ ਆਪ ਟਰਾਈ ਕਰਕੇ ਦੇਖੋ ਕਿ ਤੁਹਾਨੂੰ ਕਿੱਥੇ ਤੱਕ ਤੁਸੀਂ ਸਟੈਂਡ ਕਰਦੇ ਆ, ਠੀਕ ਹੈ। ਇਹ ਸਕਰੀਨਸ਼ਾਟ ਹੋ ਗਿਆ ਅਤੇ ਇੱਧਰ ਹੋ ਗਿਆ। ਸਾਰੀ ਇਨਫੋਰਮੇਸ਼ਨ ਨੂੰ ਸਟੱਡੀ ਕਰਕੇ ਸਕਰੀਨਸ਼ਾਟ ਲੈ ਲਓ, ਫਿਰ ਤੁਹਾਨੂੰ ਮੈਂ ਦੱਸਦਾ ਕਿ ਕਿਸ ਤਰੀਕੇ ਨਾਲ ਇਹਨੂੰ ਸੋਲਵ ਕਰਨਾ ਆਪਾਂ, ਠੀਕ ਹੈ ਜੀ। ਹੁਣ ਨੈਕਸਟ ਦੇਖਦੇ ਹਾਂ। ਹੁਣ ਫਲਕੀਰਕ ਵੀਲ ਜਿਹੜਾ ਆ ਇੱਕ ਸਕਾਟਲੈਂਡ ਜਿਹੜਾ ਇੰਗਲੈਂਡ ਦੇ ਕੋਲ ਦੇਸ਼ ਹੈ ਇੱਕ ਸਕਾਟਲੈਂਡ, ਠੀਕ ਹੈ, ਯੂਕੇ ਦੇ ਵਿੱਚ ਹੀ ਆਉਂਦਾ ਹੈ। ਸੋ ਉੱਥੇ ਕੀ ਆ, ਵਰਲਡ ਦਾ ਫਸਟ ਆ ਇਹ ਰੋਟੇਟਿੰਗ
ਬੋਟ ਲਿਫਟ ਆ, ਠੀਕ ਹੈ। ਸੋ ਇਹ ਕੀ ਹੈਗੀ ਆ, ਓਪਨਡ ਇਨ 2002 2002 ਦੇ ਵਿੱਚ ਇਹ ਸ਼ੁਰੂ ਹੋਈ ਸੀ ਤੇ ਇਹਦੇ ਵਿੱਚ ਕਿੰਨਾ ਖਰਚਾ ਹੋਇਆ, ਨੀਅਰਲੀ 84.5 ਮਿਲੀਅਨ ਪਾਉਂਡ, ਇੰਨਾ ਜ਼ਿਆਦਾ ਖਰਚਾ ਹੋਇਆ, ਠੀਕ ਹੈ। ਮੈਂ ਤੁਹਾਨੂੰ ਜਨਰਲ ਇਨਫੋਰਮੇਸ਼ਨ ਇਹਦੀ ਦੱਸ ਰਿਹਾ। ਸੋ ਇਹ ਕੀ ਇਸ ਤਰੀਕੇ ਨਾਲ ਇਹ ਬੋਟ ਦੀ ਗੱਲ ਹੈ ਕਿ ਇੰਜੀਨੀਅਰਿੰਗ ਦਾ ਮਾਰਵਲਸ ਆ। ਸੋ ਇਹ ਕੀ ਸੀਗਾ ਆਪਣੇ ਕੋਲ 1933 ਦੇ ਵਿੱਚ ਜਿਹੜੀ ਸੀ ਇੱਕ ਲੌਕ ਸਿਸਟਮ ਹੁੰਦਾ ਸੀਗਾ, 11 ਲੌਕ ਸਿਸਟਮ ਸੀਗੇ ਜਿਨ੍ਹਾਂ ਦੇ ਨਾਲ ਬੋਟ ਜਿਹੜੀ ਆ ਉਹ ਲੋਅਰ ਲੈਵਲ ਤੋਂ ਅਪ ਲੈਵਲ ਤੱਕ ਜਾਂਦੀ ਸੀ, ਠੀਕ ਹੈ। ਬਟ ਇਹ ਜਿਹੜਾ ਫਾਸਲਾ ਸੀ ਇਹ 1.5 ਕਿਲੋਮੀਟਰ ਦਾ ਜਿਹੜਾ ਫਾਸਲਾ ਬਹੁਤ ਦੂਰ ਤੱਕ ਚਲੇ ਜਾਂਦਾ ਸੀਗਾ। ਇਹਨੂੰ ਫੇਰ ਕੀ ਕੀਤਾ, ਇਹਨੂੰ ਡਿਸਆਰਮ ਕਰਕੇ ਡਿਸਮੈਂਟਲ ਕਰਤਾ ਐਂਡ 1994 ਦੇ ਵਿੱਚ ਇੱਕ ਨਵੀਂ ਜਿਹੜੀ ਆ ਇੰਜੀਨੀਅਰਿੰਗ ਦਾ ਮਾਰਵਲ ਬਣਾਉਣ ਦਾ ਜਿਹੜਾ ਹੈ ਉਹ ਪ੍ਰੋਜੈਕਟ ਲਾਂਚ ਕੀਤਾ ਗਿਆ, ਠੀਕ ਹੈ। ਬ੍ਰਿਟਿਸ਼ ਵਾਟਰਵੇਜ਼ ਅਥਾਰਟੀ ਨੇ ਕੀਤਾ ਇਹ ਸਿਸਟਮ ਸਾਰਾ ਹੀ। ਸੋ ਇਸ ਤਰੀਕੇ ਦੀ ਜਨਰਲ ਇਨਫੋਰਮੇਸ਼ਨ ਦਿੱਤੀ ਹੋਈ ਆ। ਅੱਗੇ ਦੱਸਿਆ ਹੋਇਆ ਤੁਹਾਨੂੰ ਕਿ ਕਾਫੀ ਸਾਰੇ ਜਿਹੜੇ ਆ ਉਹ ਇੰਜੀਨੀਅਰਸ ਨੇ ਕਾਫੀ ਸਾਰੇ ਜਿਹੜੇ ਆ ਡਿਜ਼ਾਈਨ ਤਿਆਰ ਕੀਤੇ, ਜਿਹਦੇ ਵਿੱਚ ਕੀ ਆ ਫਲਕੀਰ ਵੀਲ ਜਿਹੜਾ ਫਾਈਨਲੀ ਉਹ ਸਿਲੈਕਟ ਹੋਇਆ, ਠੀਕ ਹੈ। ਉਹ ਹੋਰ ਦੱਸਿਆ ਗਿਆ ਕਿ ਇਹਦੇ ਵਿੱਚ ਕਿੰਨਾ ਖਰਚਾ ਹੋਇਆ ਤੇ ਕਿੱਥੇ ਕਿੱਥੇ ਇਹ ਬਣਿਆ, ਠੀਕ ਹੈ। ਸੋ ਮੈਂ ਤੁਹਾਨੂੰ ਹੁਣ ਸਿੱਧਾ ਲੈ ਕੇ ਜਾਂਦਾ ਆ ਕਿ ਜਿਸ ਜਗ੍ਹਾ ਦੇ ਉੱਤੇ ਇਹਨਾਂ ਦੇ ਆਨਸਰ ਆ, ਠੀਕ ਹੈ, ਉਹ ਹੈਗੇ ਨੈਕਸਟ ਪੇਜ ਦੇ ਵਿੱਚ, ਜਿੱਥੇ ਆਪਾਂ ਕੀ ਕਰਨਾ ਆ, ਵਰਡ ਦਾ ਐਨਾਲਿਸਿਸ ਕਰ ਲੈਣਾ ਹੈ। ਹੁਣ ਇੱਥੇ ਹੀ ਐਨਾਲਿਸਿਸ ਦੀ, ਜਦੋਂ ਆਪਾਂ ਵਰਡ ਦਾ ਐਨਾਲਿਸਿਸ ਕਰਾਂਗੇ ਨਾ, ਕੁਐਸਚਨਸ ਦਾ ਐਨਾਲਿਸਿਸ ਕਰਾਂਗੇ, ਤਾਂ ਸਭ ਤੋਂ ਪਹਿਲਾਂ ਸਾਨੂੰ ਇਹੀ ਜਿਹੜਾ ਪੈਰਾ ਆ ਇਹੀ ਲੱਭੂਗਾ, ਠੀਕ ਹੈ। ਸੋ ਇਹ ਦੇਖਦੇ, ਇਹ ਪੜ੍ਹ ਕੇ ਮੈਂ ਤੁਹਾਨੂੰ ਸਾਰਾ ਦੱਸਦਾ। boats needed to be lifted up enter the canal basin at the level of the 4th and clad canal and then enter the lower gondole of the wheel, ठीक है। 2 hydraulic steel gates are raised so as to seal the gondole off from the water in the canal basin। 2 ਗੇਟ ਜਿਹੜੇ ਆ ਉਹ ਲਿਫਟ ਹੋ ਜਾਂਦੇ, ਰੇਜ਼ ਕੀਤੇ ਜਾਂਦੇ ਤਾਂ ਕਿ ਜਿਹੜਾ ਆ ਗੋਂਡੋਲ ਦੇ ਵਿੱਚ ਪਾਣੀ ਜਿਹੜਾ ਆ ਉਹ ਨਾ ਆ ਸਕੇ। ਹੋਰ the water between the gates is then pumped out, ਵਾਟਰ ਬਾਹਰ ਪੰਪ ਕਰ ਦਿੱਤਾ ਜਾਂਦਾ ਹੈ। ਇਹ ਹਾਈਡ੍ਰੋਲਿਕ ਕਲੈਂਪ which prevents the arm of the wheel moving while the gondole is docked is removed, allowed the wheel to turn। ਜਿਹੜਾ ਹੁਣ ਕੀ ਕੀਤਾ ਆ, ਆਪਣੇ ਕੋਲ ਆਰਮਸ ਜਾਂ ਵੀਲ ਦੀਆਂ ਉਹ ਹੁਣ ਜਿਹੜਾ ਹਾਈਡ੍ਰੋਲਿਕ ਕਲੈਂਪ ਹੈ, ਕੋਈ ਹਾਈਡ੍ਰੋਲਿਕ ਕਲੈਂਪ ਹੁੰਦੇ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਤਾਂ ਕਿ ਜਿਹੜਾ ਵੀਲ ਹੈ ਉਹ ਮੂਵ ਕਰ ਸਕੇ, ਠੀਕ ਹੈ। ਸੋ ਨੈਕਸਟ ਹੈਗਾ ਆ in the central machine room an array of 10 hydraulic motors then began to rotate the central axle. The axle connect to the outer arms of the wheel which begin to rotate at the speed of 1/8 of the revolution per minute। ਜਿਹੜਾ ਹੁਣ ਕੀ ਕਹਿੰਦੇ ਆ, ਹਾਈਡ੍ਰੋਲਿਕ ਮੋਟਰਾਂ ਜਿਹੜੀਆਂ ਉਹ ਸੈਂਟਰਲ ਐਕਸਿਸ ਨੂੰ ਰੋਟੇਟ ਕਰਦੀਆਂ ਹੈ, ਠੀਕ ਹੈ। ਸੈਂਟਰਲ ਐਕਸਿਸ ਦੇ ਨਾਲ ਜਿਹੜੀਆਂ ਆ ਉਹ ਆਲੇ ਦੁਆਲੇ ਗੰਡੋਲ ਜਿਹੜੇ ਉਹ ਅਟੈਚ ਹੁੰਦੇ ਤੇ ਉਹ ਮੂਵ ਕਰਨ ਲੱਗ ਪੈਂਦੇ ਆ, ਠੀਕ ਹੈ, 1/8 ਸਪੀਡ ਦੇ ਉੱਤੇ। ਸੋ ਇਹ ਵੀ ਇਨਫੋਰਮੇਸ਼ਨ ਕਾਫੀ ਵੈਲਿਊਏਬਲ ਸੀਗੀ ਸਾਡੀ। As the wheel rotate, the gondolas are kept in the upright position by the simple gearing system। ਅਪਰਾਈਟ ਗੰਡੋਲਸ ਨੂੰ ਅਪਰਾਈਟ ਪੋਜੀਸ਼ਨ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਬੋਟ ਜਿਹੜੀ ਆ ਉਹ ਅਪਸਾਈਡ ਰਵੇ, ਠੀਕ ਹੈ, ਅਪਸਾਈਡ ਡਾਊਨ ਨਾ ਹੋ ਜਾਵੇ, ਠੀਕ, ਇਸ ਤਰੀਕੇ ਨਾਲ ਬੋਟ ਦੀ ਮੂਵਮੈਂਟ ਨਾ ਹੋਵੇ। ਨੈਕਸਟ ਕੀ ਆ, 2 8 ਮੀਟਰ ਵਾਈਡ ਕੋਗਸ orbit a fixed inner cog of the same width connected by 2 smaller cogs traveling in opposite direction to the outer cogs, so ensuring that the gondolas always remain levels। ਜਿਹੜੇ ਗੋਂਡੋਲਸ ਨੂੰ ਲੈਵਲ ਦੇ ਵਿੱਚ ਰੱਖਣ ਲਈ ਕੋਗਸ ਹੁੰਦੇ ਆ ਉਹ ਕੀ ਕਰਦੇ, ਓਪੋਜ਼ਿਟ ਡਾਇਰੈਕਸ਼ਨ ਵਿੱਚ ਮੂਵ ਕਰਦੇ ਥਰੂ ਦਾ ਸੈਂਟਰਲ ਐਕਸਸ। ਜਿੱਦਾਂ ਨੂੰ ਐਕਸਸ ਮੂਵ ਕਰਦਾ ਨਾ ਉਹ ਤੋਂ ਓਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰਦੇ ਆ ਤਾਂ ਕਿ ਗੋਂਡੋਲ ਜਿਹੜੇ ਆ ਉਹ ਲੈਵਲ ਦੇ ਵਿੱਚ ਰਹਿਣ, ਠੀਕ ਹੈ, ਸੇਮ ਲੈਵਲ ਦੇ ਵਿੱਚ ਰਹਿਣ, ਉਹਨਾਂ ਦੇ ਵਿੱਚ ਹਿਲ ਜੁਲ ਨਾ ਹੋਵੇ, ਇਸ ਤਰੀਕੇ ਨਾਲ ਲਿਖਿਆ ਗਿਆ ਹੈ। When the gondole reaches the top, the boat passes straight onto the aqueduct situated 24 meters above the canal basin। ਜਿਹੜੇ ਹੁਣ ਕੀ ਆ, ਬੋਟ ਜਦੋਂ ਕੀ ਆ 24 ਮੀਟਰ ਲਿਫਟ ਹੋ ਜਾਂਦੀ ਆ, ਉੱਪਰ ਚਲੇ ਜਾਂਦੀ ਨੀਚੇ ਲੈਵਲ ਤੋਂ, ਤਾਂ ਕੀ ਹੁੰਦੀ ਆ ਉਹ ਸਟਰੇਟ ਐਕੁਇਡਕਟ ਦੇ ਵਿੱਚ ਚਲੇ ਜਾਂਦੀ ਆ। ਨੈਕਸਟ ਜਿਹੜਾ ਉਹ ਬਣਾਇਆ ਹੋਇਆ ਨਾ ਉਹਦੇ ਵਿੱਚ ਚਲੇ ਜਾਂਦੀ ਉਹਨਾਂ ਨੇ ਐਕੁਇਡਕਟ ਦੇ ਵਿੱਚ। ਦੈਨ ਕੀ ਆ, ਦਾ ਰਿਮੇਨਿੰਗ, ਹੁਣ ਦੇਖੋ ਪਹਿਲਾਂ ਪ੍ਰੀਵੀਅਸ ਇਨਫੋਰਮੇਸ਼ਨ 'ਚ ਇਹ ਦਿੱਤਾ ਹੋਇਆ ਕਿ ਗਰਾਊਂਡ ਲੈਵਲ ਤੋਂ, ਠੀਕ ਹੈ, 2 ਲੇਕਸ ਆ, ਇੱਕ ਲੇਕ ਜਿਹੜੀ ਆ ਉਹ ਨੀਚੇ ਆ, ਇੱਕ ਉੱਪਰਲੇ ਪਾਸੇ ਆ, ਬਟ ਇਹਨਾਂ ਦੇ ਵਿਚਲਾ ਡਿਫਰੈਂਸ ਜਿਹੜਾ ਉਹ 35 ਮੀਟਰਸ ਦਾ ਹੈ, ਠੀਕ ਹੈ। ਉਹ ਹੁਣ ਕੀ ਕਰਨਾ, ਬੋਟ ਨੇ ਟਰੈਵਲ ਕਰਨਾ, ਬੋਟ ਇੱਧਰੋਂ ਆਉਂਦੀ ਆ, ਠੀਕ ਹੈ, ਨੀਚੇ ਲੈਵਲ ਤੋਂ ਆਉਂਦੀ ਹੈ ਅਤੇ ਉੱਪਰ ਲੈਵਲ ਤੱਕ ਜਾਣਾ ਉਹਨੇ। ਇੱਥੇ ਇਹ ਸਾਰੇ ਦਾ ਸਾਰਾ ਵੀਲ ਜਿਹੜਾ ਇੱਥੇ ਲੱਗਾ ਹੋਇਆ ਹੈ। ਹੁਣ ਵੀਲ ਕੀ ਆ, 24 ਮੀਟਰਸ ਤੱਕ ਬੋਟ ਨੂੰ ਲੈਵਲ ਅਪ ਕਰ ਦਿੰਦਾ, ਬਾਕੀ ਦਾ 11 ਮੀਟਰ ਹੁਣ ਕਿੱਦਾਂ ਜਾਂਦੀ ਉਹ। The remaining 11 meters of lift needed
ਟੂ ਰੀਚ ਦਾ ਯੂਨੀਅਨ ਕੈਨਾਲ। ਹੁਣ ਉੱਪਰਲੀ ਹੈਗੀ ਯੂਨੀਅਨ ਕੈਨਾਲ, ਨੀਚੇ ਵਾਲੀ ਕਿਹੜੀ ਸੀ, ਨੀਚੇ ਵਾਲੀ ਜਿਹੜੀ ਦੂਜੀ ਕੈਨਾਲ ਸੀਗੀ ਉਹਦਾ ਹੁਣ ਦੇਖ ਲੈਂਦੇ ਅੱਗੇ ਨਾਂ ਉਹਦਾ। the remaining 11 meters of lift needed to reach the Union Canal is achieved by the mean of a pair of locks ਦੁਆਰਾ ਜਿਹੜੇ ਆ next 11 ਮੀਟਰ ਟਰੈਵਲ ਕੀਤੇ ਜਾਂਦੇ ਆ। the wheel could not be constructed so to elevate boats over the full 35-meter difference between the two canals owing to the presence of the historical important ਐਂਟੋਨਿਨ ਵਾਲ। ਕੋਈ ਐਂਟੋਨਿਨ ਵਾਲ ਆ ਉੱਥੇ, ਉਹਦੇ ਤੱਕ ਜਿਹੜੀ ਬੋਟ ਲੈ ਕੇ ਜਾਣੀ ਆ ਉਹ ਕੀ ਆ, ਉੱਥੇ ਤੱਕ ਬੋਟ ਕਿੱਦਾਂ ਜਾਂਦੀ। ਹੁਣ ਲੌਕ ਸਿਸਟਮ ਦੁਆਰਾ ਜਿਹੜੀ 11 ਮੀਟਰ ਰਿਮੇਨਿੰਗ ਸੀਗੇ ਉੱਥੇ ਤੱਕ ਉਹ ਲੌਕਸ ਨੂੰ ਲੈ ਕੇ ਜਾਂਦੇ ਆ। 11 ਮੀਟਰ ਜਿਹੜਾ ਰਿਮੇਨਿੰਗ ਹੈ ਨਾ ਉਹ ਲੌਕਸ ਦੁਆਰਾ ਜਿਹੜਾ ਆ ਬੋਟ ਲਿਫਟ ਕੀਤੀ ਜਾਂਦੀ ਆ। ਕਹਿੰਦੇ ਕਿ ਉੱਥੇ ਤੱਕ ਦਾ ਜਿਹੜਾ ਵੀਲ ਇੰਨਾ ਵੱਡਾ ਨਹੀਂ ਸੀ ਬਣਾਇਆ ਜਾ ਸਕਦਾ, ਠੀਕ ਹੈ, ਤਾਂ ਕਿ ਜਿਹੜਾ ਕਿਉਂਕਿ ਐਂਟੋਨਿਨ ਵਾਲ ਹੈ ਉੱਥੇ ਉਹਨੂੰ ਵੀ ਖਤਰਾ ਹੋ ਸਕਦਾ ਸੀਗਾ ਇਸ ਤਰੀਕੇ ਨਾਲ, ਕਿਉਂਕਿ ਐਂਟੋਨਿਨ ਵਾਲ ਦੀ ਜਿਹੜੀ ਆ ਹਿਸਟੋਰੀਕਲ ਇੰਪੋਰਟੈਂਸ ਆ ਵਿਚ ਵਾਜ਼ ਬਿਲਟ ਬਾਈ ਦ ਰੋਮਨਸ ਇਨ ਦਾ 2nd century AD, ਕਿਉਂਕਿ ਐਂਟੋਨਿਨ ਵਾਲ ਜਿਹੜੀ ਸੀ ਉਹ ਰੋਮਨਸ ਨੇ ਬਣਾਈ ਸੀਗੀ, ਇਸ ਕਰਕੇ ਇਹ ਇਹਦੀ ਹਿਸਟੋਰਿਕ ਇੰਪੋਰਟੈਂਸ ਵੀ ਆ। ਇਹਨੂੰ ਹੀ ਦੇਖਣ ਲਈ ਜਿਹੜੇ ਆ ਟੂਰਿਸਟ ਜਾਂਦੇ ਆ, ਠੀਕ ਹੈ। ਸੋ ਅੱਗੇ ਕੀ ਸੀਗਾ ਆਪਣੇ ਕੋਲ, ਬੋਟ ਟਰੈਵਲ ਅੰਡਰ ਦਾ ਵਾਲ ਵਾਇਆ ਏ ਟਨਲ ਦੈਨ ਥਰੂ ਦਾ ਰੌਕਸ ਐਂਡ ਫਾਈਨਲੀ ਔਨ ਦਾ ਯੂਨੀਅਨ ਕੈਨਾਲ। ਹੁਣ ਫਿਰ ਕੀ ਕਰਦੀ ਆ ਬੋਟ ਜਿਹੜੀ ਆ ਉਹ ਟਨਲ ਥਰੂ ਜਾਂਦੀ ਆ ਰੌਕਸ ਦੇ ਵਿੱਚ ਇਹਦੀ ਐਂਡ ਯੂਨੀਅਨ ਕੈਨਾਲ ਤੱਕ ਪਹੁੰਚ ਜਾਂਦੀ ਆ। ਸੋ ਇੱਥੇ ਦੇਖਦੇ ਹੁਣ ਦੇਖੋ ਇਹਦੇ ਵਿੱਚ ਕੀ ਸੀ, A pair of dash are lifted in order to shut out water from the canal basin। A pair of dash, ਇੱਥੇ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਸੀ, ਹਾਂ pair of gates, two hydraulic steel gates। ਸੋ ਠੀਕ ਹੈ, ਇਹਦੇ ਵਿੱਚ ਆ ਗਿਆ ਆਪਣੇ ਕੋਲ ਗੇਟ। pair of gates are lifted, ਠੀਕ ਹੈ, pair of gates ਜਿਹੜੇ ਉਹ ਚੱਕ ਦਿੱਤੇ ਜਾਂਦੇ ਆ। A dash is taken out enabling wheel to rotate। A hydraulic clamp which prevent the arm is removed, ਠੀਕ ਹੈ, ਇੱਥੇ ਆਇਆ ਆਪਣੇ ਕੋਲ clamp ਠੀਕ ਹੈ ਜੀ। ਨੈਕਸਟ ਆ ਗਿਆ ਆਪਣੇ ਕੋਲ ਹਾਈਡ੍ਰੋਲਿਕ ਮੋਟਰਸ ਡਰਾਈਵ ਡੈਸ਼। ਇੱਥੇ ਹੁਣ ਆਪਾਂ ਦਿੱਤਾ ਗਿਆ ਸੀ 10 ਹਾਈਡ੍ਰੋਲਿਕ ਮੋਟਰਸ ਦੈਨ ਬਿਗਨ ਟੂ ਰੋਟੇਟ ਦਾ ਸੈਂਟਰਲ ਐਕਸਲ। ਹੁਣ ਸੈਂਟਰਲ ਨਹੀਂ ਆਊਗਾ ਕਿਉਂਕਿ ਸਾਨੂੰ ਇੱਕੋ ਹੀ ਵਰਡ ਲਿਖਣਾ ਪੈਣਾ ਇੱਥੇ ਆਊਗਾ ਆਪਣੇ ਕੋਲ ਐਕਸਲ, ਠੀਕ ਹੈ ਜੀ, ਇੱਥੇ ਐਕਸਲ ਆ ਗਿਆ। ਨੈਕਸਟ ਦੇਖਦੇ ਹਾਂ, ਅ ਰੇਂਜ ਆਫ ਡਿਫਰੈਂਟ ਸਾਈਜ਼ਡ ਡੈਸ਼ ਇਨਸ਼ੋਰ ਬੋਟ ਕਿਪਡ ਅਪਰਾਈਟ। ਸੋ ਹੁਣ ਇਹ ਕੀ ਕਰਦੇ ਆ, ਇੱਥੇ ਆਪਾਂ ਨੇ ਕੋਲ ਗੱਲ ਸੀਗੀ ਇੱਕ 2 8 meter wide clogs orbit a fixed inner cog of same wide connecting to ensure that the gondolas always remain level। ਇੱਥੇ ਆ ਜਾਣਾ ਆਪਣੇ ਕੋਲ cogs, ਆ ਗਿਆ, ਠੀਕ ਹੈ। ਸੋ ਨੈਕਸਟ ਕੀ ਆਊਗਾ ਆਪਣੇ ਕੋਲ, boat reaches top wheel then move directly onto dash। 24th ਦਾ ਆਪਣੇ ਕੋਲ ਆ ਗਿਆ, ਕਿੱਥੇ ਚਲੇ ਜਾਂਦੀ ਹੁਣ 24 ਮੀਟਰ ਅਬਵ ਐਕੁਇਡਕਟ ਦੇ ਵਿੱਚ ਚਲੀ ਜਾਂਦੀ ਹੈ। ਇੱਥੇ ਆ ਗਿਆ ਆਪਣੇ ਕੋਲ ਐਕੁਇਡਕਟ, ਠੀਕ ਹੈ। ਨੈਕਸਟ ਆ ਆਪਣੇ ਕੋਲ ਕੀ ਆ, ਬੋਟ ਟਰੈਵਲਸ ਥਰੂ ਟਨਲ ਬੀਨੀਥ ਰੋਮਨ ਵਾਲ, ਠੀਕ ਹੈ। ਐਂਟੋਨਿਨ ਵਾਲ ਵੈਸੇ ਤਾਂ ਆਉਣਾ ਸੀ ਬਟ ਇਕੱਲੇ ਐਂਟੋਨਿਨ ਦਾ ਤਾਂ ਕੋਈ ਮਤਲਬ ਨਹੀਂ ਹੈਗਾ, ਸੋ ਵਾਲ ਰੋਮਨ ਵਾਲ, ਠੀਕ ਹੈ। ਨੈਕਸਟ ਹੈਗਾ ਆਪਣੇ ਕੋਲ ਡੈਸ਼ ਰੇਜ਼ ਬੋਟ 11 ਮੀਟਰ ਟੂ ਦਾ ਲੈਵਲ ਆਫ ਯੂਨੀਅਨ ਕੈਨਲਸ। ਹਾਂ ਇਹ ਤਾਂ ਸੀਗਾ ਆਪਣੇ ਕੋਲ ਜਿਹੜਾ ਰਿਮੇਨਿੰਗ ਸੀਗਾ 11 ਮੀਟਰ ਉਹ ਲੌਕਸ ਦੁਆਰਾ ਮੂਵ ਕੀਤਾ ਜਾਂਦਾ ਸੀ, ਇਹ ਤਾਂ ਯਾਦ ਹੀ ਸੀਗਾ ਲੌਕਸ, ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਅਸੀਂ ਕੀ ਕਰਨੀ ਹੈ ਕਿ ਡਾਇਗਰਾਮ ਨੂੰ ਲੇਬਲ ਕਰਨਾ ਸਾਰੀ ਨੂੰ, ਤੇ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਫੋਲੋ ਕਰੋ ਤਾਂ ਕਿ ਤੁਹਾਨੂੰ ਹੋਰ ਵੀ ਆਇਲਸ ਦੀਆਂ ਇਸ ਤਰੀਕੇ ਦੀਆਂ ਵੀਡੀਓਜ਼ ਦੇਖਣ ਨੂੰ ਮਿਲਣ, ਤੇ ਆਪਣੇ ਫਰੈਂਡਸ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਥੈਂਕ ਯੂ।